Good morning, students. Now, today's topic is energy stored in a capacitor. ਸਾਨੂੰ capacitor ਬਾਰੇ ਪਤਾ ਹੈ ਕਿ capacitor is a device which store large amount of energy and charge. capacitor ਆਪਣੇ ਅੰਦਰ ਚਾਰਜ ਵੀ ਸਟੋਰ ਕਰਦਾ ਹੈ ਤੇ એનર્ਜੀ ਵੀ ਸਟੋਰ ਕਰਦਾ ਹੈ. But the question is that from where does this energy get stored in a capacitor? capacitor ਦੇ ਅੰਦਰ ਉਹ એનર્ਜੀ ਜਿਹੜੀ ਹੈ ਕਿਸ ਤਰ੍ਹਾਂ ਸਟੋਰ ਹੋ ਜਾਂਦੀ ਹੈ. ਇੱਕ ਚੀਜ਼ ਆਪਣੇ ਮਾਈਂਡ 'ਚ ਹਮੇਸ਼ਾ ਰੱਖਣੀ ਹੈ ਕਿ ਜਦੋਂ ਵੀ ਗੱਲ ਹੋਵੇ એનર્ਜੀ ਦੀ ਤੇ એનર્ਜੀ ਜਿਹੜੀ ਹੈ ਵਰਕ ਤੋਂ ਬਿਨਾ ਕਦੀ ਵੀ ਪੈਦਾ ਨਹੀਂ ਹੋ ਸਕਦੀ. +1 ਤੋਂ ਲੈ ਕੇ ਅੱਜ ਤੱਕ ਅਸੀਂ ਜਿੰਨੇ ਵੀ ਆਰਟੀਕਲ ਪੜ੍ਹੇ ਨੇ, ਗ੍ਰੈਵੀਟੇਸ਼ਨਲ ਪੋਟੈਂਸ਼ੀਅਲ એનર્ਜੀ, ਕਾਈਨੈਟਿਕ એનર્ਜੀ, ਪੋਟੈਂਸ਼ੀਅਲ એનર્ਜੀ, ਹੀਟ એનર્ਜੀ, ਹਮੇਸ਼ਾ ਹੀ ਸਾਨੂੰ ਜਿਹੜਾ ਹੈ ਪਹਿਲਾਂ ਵਰਕ ਹੀ ਨਿਕਾਲਣਾ ਪਿਆ ਹੈ. ਉਹ ਜਿਹੜਾ ਵਰਕ ਹੁੰਦਾ ਹੈ ਇਟ ਗੈਟ ਸਟੋਰਡ ਇਨ ਦਾ ਬੋਡੀ ਇਨ ਡਿਫਰੈਂਟ ਫਾਰਮਸ. ਨਾਓ ਹੇਅਰ ਵਰਕ ਇਜ਼ ਡਨ ਬਾਈ ਬੈਟਰੀ. ਬੈਟਰੀ ਨੇ ਆਪ ਕੰਮ ਕਰਨਾ ਹੈ ਚਾਰਜ ਨੂੰ ਸਟੋਰ ਕਰਵਾਉਣ ਦਾ. ਜਦੋਂ ਬੈਟਰੀ ਆਪ ਵਰਕ ਕਰਦੀ ਹੈ then that work gets stored in a capacitor in the form of potential energy. now ਇਹ ਕਿਸ ਤਰ੍ਹਾਂ ਆਰਟੀਕਲ ਨੂੰ ਅਸੀਂ ਕਰਾਂਗੇ, ਇਹਦੇ ਸਾਡੇ ਕੋਲ ਦੋ ਤਰੀਕੇ ਨੇ. ਦੋ ਤਰੀਕਿਆਂ ਨਾਲ ਅਸੀਂ ਆਰਟੀਕਲ ਨੂੰ ਜਿਹੜਾ ਹੈ ਅਸੀਂ ਡਰਾਈਵ ਕਰ ਸਕਦੇ ਹਾਂ. but in today's lecture we will discuss only the first method to prove or to derive the formula. Suppose ਸਾਡੇ ਕੋਲ ਇੱਕ ਪੈਰਲਲ ਪਲੇਟ ਕੈਪੈਸਿਟਰ ਹੈ ਜਿਸ ਦੀਆਂ ਦੋ ਪਲੇਟਸ ਨੇ, ਇੱਕ ਦੂਸਰੇ ਦੇ ਪੈਰਲਲ ਨੇ. ਦੋਨਾਂ ਪਲੇਟਸ ਦੇ ਵਿੱਚ ਜਿਹੜਾ ਹੈ ਡਿਸਟੈਂਸ ਸਮਾਲ d ਐਂਡ ਏਰੀਆ ਜਿਹੜਾ ਹੈ ਈਚ ਪਲੇਟ ਦਾ ਸਾਡੇ ਕੋਲ ਹੈ ਕੈਪੀਟਲ A. ਹਾਲੇ ਕੈਪੈਸਿਟਰ ਨੂੰ ਅਸੀਂ ਚਾਰਜ ਨਹੀਂ ਕੀਤਾ. ਜੇ ਕੈਪੈਸਿਟਰ ਨੂੰ ਹਲੇ ਅਸੀਂ ਚਾਰਜ ਨਹੀਂ ਕੀਤਾ ਤਾਂ ਤੁਸੀਂ ਦੱਸ ਸਕਦੇ ਹੋ ਕਿ ਇਹਦੇ ਉੱਤੇ ਕਿੰਨਾ ਪੋਟੈਂਸ਼ੀਅਲ ਹੋਏਗਾ. ਪੋਟੈਂਸ਼ੀਅਲ ਵਿਲ ਬੀ 0 ਬਿਕੋਜ਼ ਪੋਟੈਂਸ਼ੀਅਲ ਕਦੋਂ ਪੈਦਾ ਹੁੰਦਾ ਹੈ, ਜਦੋਂ ਕੈਪੈਸਿਟਰ ਦੇ ਉੱਪਰ ਜਿਹੜਾ ਹੈ ਚਾਰਜ ਡਿਵੈਲਪ ਹੋਏਗਾ, ਚਾਰਜ ਸਟੋਰ ਹੋਏਗਾ. ਪੋਟੈਂਸ਼ੀਅਲ ਉਦੋਂ ਹੀ ਜਿਹੜਾ ਹੈ ਉਹ ਡਿਵੈਲਪ ਹੁੰਦਾ ਹੈ ਬਿਕੋਜ਼ ਸਾਡਾ ਜਿਹੜਾ Q ਹੈ ਇਟ ਇਜ਼ ਪ੍ਰਪੋਰਸ਼ਨਲ ਟੂ V. ਇਹ ਆਲਰੇਡੀ ਅਸੀਂ ਡਿਸਕਸ ਕੀਤਾ. ਜਦੋਂ ਅਸੀਂ ਕੈਪੈਸਿਟਰ ਨੂੰ ਬੈਟਰੀ ਦੇ ਨਾਲ ਅਸੀਂ ਅਟੈਚ ਕਰ ਦਿੱਤਾ, ਸਾਡੇ ਕੋਲ ਇੱਕ ਬੈਟਰੀ ਹੈ, ਇਟ ਕੰਸਿਸਟ ਆਫ ਨੰਬਰ ਆਫ ਸੈਲ ਸੀਰੀਜ਼ ਕੰਬੀਨੇਸ਼ਨ, ਤੇ ਥੱਲੇ ਸਾਡੇ ਕੋਲ ਦੂਜਾ ਉਹਦਾ ਐਂਡ ਜਿਹੜਾ ਹੈ ਨੈਗੇਟਿਵ ਐਂਡ ਗਰਾਊਂਡ ਕਰ ਦਿੱਤਾ. ਇਸ ਬੈਟਰੀ ਦਾ ਪੋਜ਼ਿਟਿਵ ਜਿਹੜਾ ਟਰਮੀਨਲ ਹੈ ਅਸੀਂ ਜਿਹੜਾ ਪਲੇਟ ਜਿਹੜੀ ਹੈ ਇਹਦੇ ਨਾਲ ਅਸੀਂ ਅਟੈਚ ਕਰ ਦਿੱਤਾ. ਬੈਟਰੀ ਦਾ ਪੋਜ਼ਿਟਿਵ ਟਰਮੀਨਲ ਅਸੀਂ ਪਲੇਟ A ਦੇ ਨਾਲ ਅਟੈਚ ਕਰਤਾ. ਕੀ ਹੋਏਗਾ, ਕੈਪੈਸਿਟਰ ਜਿਹੜਾ ਹੈ ਚਾਰਜ ਹੋਣਾ ਸ਼ੁਰੂ ਹੋ ਜਾਏਗਾ. ਪਹਿਲਾਂ ਕਿੰਨਾ ਚਾਰਜ ਸੀ, 0. ਜੇ ਪਹਿਲਾ ਚਾਰਜ 0 ਹੈ ਤੇ ਪਹਿਲਾਂ ਸਾਡੇ ਕੋਲ ਪੋਟੈਂਸ਼ੀਅਲ ਕਿੰਨਾ ਹੋਏਗਾ, ਇਟ ਇਜ਼ ਆਲਸੋ ਇਕੁਅਲ ਟੂ 0. we know that the work done is given by VB minus VA. ਅਸੀਂ ਜਦੋਂ ਇਲੈਕਟ੍ਰਿਕ ਪੋਟੈਂਸ਼ੀਅਲ ਚੈਪਟਰ ਪੜ੍ਹ ਰਹੇ ਸੀ ਉੱਥੇ ਅਸੀਂ ਪ੍ਰੂਵ ਕੀਤਾ ਹੈ ਕਿ ਵਰਕ ਡਨ ਜਿਹੜਾ ਹੈ is given by a product of charge and potential difference. ਇਹ ਫਾਰਮੂਲਾ ਆਲਰੇਡੀ ਡਰਾਈਵ ਕੀਤਾ ਹੈ. now if potential is 0, ਚਾਰਜ ਵੀ ਕੋਈ ਨਹੀਂ ਹੈ, potential 0 ਹੈ, ਇਹਦਾ ਮਤਲਬ ਜਦੋਂ ਬੈਟਰੀ ਨੇ ਪਹਿਲਾਂ ਥੋੜਾ ਜਿਹਾ ਜਿਹੜਾ ਚਾਰਜ ਇਹਦੇ ਉੱਤੇ ਸਟੋਰ ਕੀਤਾ, ਮੰਨ ਲਓ ਕਿੰਨਾ ਚਾਰਜ ਸਟੋਰ ਕੀਤਾ, Q. ਅਸੀਂ ਟੋਟਲ ਚਾਰਜ ਸਟੋਰ ਕਰਵਾਉਣਾ ਹੈ ਕੈਪੀਟਲ Q. ਅਸੀਂ ਟੋਟਲ ਚਾਰਜ ਸਟੋਰ ਕਰਾਉਣਾ ਹੈ ਬੇਟਾ ਕੈਪੀਟਲ Q. ਮੰਨ ਲਓ ਬੈਟਰੀ ਨੇ ਹਲੇ ਥੋੜਾ ਜਿਹਾ ਚਾਰਜ ਸਟੋਰ ਕੀਤਾ ਸਮਾਲ q. ਜਦੋਂ ਇਹ ਚਾਰਜ ਸਟੋਰ ਕੀਤਾ ਉਸ ਟਾਈਮ ਤੇ ਪਹਿਲਾਂ ਪੋਟੈਂਸ਼ੀਅਲ ਕਿੰਨਾ ਸੀ, ਉਦੋਂ ਪੋਟੈਂਸ਼ੀਅਲ ਤੇ ਹੈ ਹੀ ਨਹੀਂ ਸੀ, ਪਹਿਲਾਂ 0. ਇਹ ਜਦੋਂ ਚਾਰਜ ਸਟੋਰ ਹੋਇਆ ਨਾਲ ਹੀ ਪੋਟੈਂਸ਼ੀਅਲ ਜਿਹੜਾ ਉਹ ਡਿਵੈਲਪ ਹੋਇਆ. ਇਸ ਚਾਰਜ ਨੂੰ ਸਟੋਰ ਕਰਨ ਵਾਸਤੇ ਸਾਨੂੰ ਜਿਹੜਾ ਹੈ ਕੋਈ ਵੀ ਵਰਕ ਕਰਨ ਦੀ ਲੋੜ ਨਹੀਂ ਹੈ. ਸਟਾਰਟਿੰਗ ਵਾਲਾ ਜਿਹੜਾ ਚਾਰਜ ਹੈ ਉਹ ਆਪਣੇ ਆਪ ਹੈ, ਜਿਹੜਾ ਥੋੜਾ ਜਿਹਾ ਚਾਰਜ ਉਹ ਸਟੋਰ ਕਰ ਦਿੱਤਾ. ਕੋਈ ਸਾਨੂੰ ਵਰਕ ਕਰਨ ਦੀ ਲੋੜ ਨਹੀਂ ਕਿਉਂਕਿ ਉਸ ਟਾਈਮ ਤੇ ਪੋਟੈਂਸ਼ੀਅਲ ਕਿੰਨਾ ਸੀ, ਸਾਡਾ 0 ਸੀ. ਨਾਓ
ਜਦੋਂ ਇਹ ਚਾਰਜ ਸਟੋਰ ਹੋਇਆ ਉਹਦੇ ਨਾਲ ਕੀ ਹੋਇਆ, ਮੰਨ ਲਓ ਕਿ ਸਾਡਾ ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ ਜਿਹਨੂੰ ਬੋਲਦੇ ਆ ਪੋਟੈਂਸ਼ੀਅਲ ਰੇਜ਼ ਹੋ ਗਿਆ। ਇਹ ਸਾਡਾ ਪੋਟੈਂਸ਼ੀਅਲ ਹੈ, ਇਹ ਰੇਜ਼ ਹੋ ਗਿਆ ਇਸ Q ਕਰਕੇ। then that potential is given by Q divided by C। ਇਸ ਫਾਰਮੂਲੇ ਤੋਂ ਅਸੀਂ ਨਿਕਾਲਿਆ ਹੈ, ਅਸੀਂ ਫਾਰਮੂਲਾ ਪੜਿਆ Q = CV ਤੇ V ਦੀ ਵੈਲਿਊ ਕਿੰਨੀ ਆਏਗੀ Q/C। ਅਸੀਂ ਛੋਟਾ q ਲਿਖ ਰਹੇ ਹਾਂ। this is the potential developed। ਇਹ ਪੋਟੈਂਸ਼ੀਅਲ ਰੇਜ਼ ਹੋ ਗਿਆ। ਤੇ ਜੇ ਹੁਣ ਬੈਟਰੀ ਹੋਰ ਚਾਰਜ ਸਟੋਰ ਕਰਨ ਦੀ ਕੋਸ਼ਿਸ਼ ਕਰੇਗੀ ਉਸ ਟਾਈਮ ਤੇ ਪੋਟੈਂਸ਼ੀਅਲ ਡਿਫਰੈਂਸ ਹੋਣ ਕਰਕੇ ਬੈਟਰੀ ਨੂੰ ਵਰਕ ਕਰਨਾ ਪਏਗਾ, ਕਿਉਂਕਿ ਵਰਕ ਡਨ ਉਦੋਂ ਹੀ ਹੁੰਦਾ ਜਦੋਂ ਪੋਟੈਂਸ਼ੀਅਲ ਡਿਫਰੈਂਸ ਹੋਏਗਾ। ਪਹਿਲੀ ਵਾਰੀ ਚਾਰਜ ਸਟੋਰ ਕੀਤਾ ਉਦੋਂ ਕੋਈ ਪੋਟੈਂਸ਼ੀਅਲ ਨਹੀਂ ਸੀ, ਉਦੋਂ ਵਰਕ ਕਰਨ ਦੀ ਲੋੜ ਨਹੀਂ ਹੈ। ਜਦੋਂ ਥੋੜਾ ਜਿਹਾ ਪੋਟੈਂਸ਼ੀਅਲ ਡਿਵੈਲਪ ਹੋ ਗਿਆ, ਜੇ ਬੈਟਰੀ ਹੋਰ ਚਾਰਜ ਸਟੋਰ ਕਰਾਉਣਾ ਚਾਹਦੀ ਹੈ ਤਾਂ ਸਾਨੂੰ ਵਰਕ ਕਰਨਾ ਪਏਗਾ। ਮੰਨ ਲਓ ਬੈਟਰੀ ਨੇ ਥੋੜਾ ਜਿਹਾ ਚਾਰਜ ਹੋਰ ਸਟੋਰ ਕਰਵਾਇਆ, ਹਾਂਜੀ ਕਿੰਨੀ ਕੁ ਵੈਲਿਊ, ਸਮਾਲ ਵੈਲਿਊ dq। ਜਦੋਂ ਇੰਨਾ ਕੁ ਚਾਰਜ ਜਿਹੜਾ ਵਿੱਚ ਜਾ ਕੇ ਹੋਰ ਸਟੋਰ ਹੋਏਗਾ then we have to do work। ਜੇ ਥੋੜਾ ਚਾਰਜ ਹੈ ਤੇ ਸਾਨੂੰ ਥੋੜਾ ਜਿਹਾ ਵਰਕ ਕਰਨਾ ਪਏਗਾ। this is given by dw is equal to work done ਦਾ ਫਾਰਮੂਲਾ q means ਚਾਰਜ। ਤੁਸੀਂ ਕਿਹੜਾ ਚਾਰਜ ਸਟੋਰ ਕਰਾ ਰਹੇ ਹੋ, ਸਾਡੇ ਕੋਲ ਆ ਗਿਆ dq and multiply by ਸਾਡੇ ਕੋਲ ਆਏਗਾ ਕਿ ਪੋਟੈਂਸ਼ੀਅਲ ਡਿਫਰੈਂਸ, ਤੇ ਸਾਡਾ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਹੈ, ਸਾਡੇ ਕੋਲ ਵੈਲਿਊ ਆ ਗਈ ਸਾਡੇ ਕੋਲ v। ਔਰ dw equal to ਸਾਡੇ ਕੋਲ v ਅਸੀਂ ਪਹਿਲਾਂ ਲਿਖ ਲਿਆ ਤੇ dq ਨੂੰ ਅਸੀਂ ਵਿੱਚੋਂ ਬਾਅਦ ਚ ਲਿਖ ਦਿੰਦੇ ਹਾਂ। ਨਾਓ v ਦੀ ਜਿਹੜੀ ਵੈਲਿਊ ਹੈ ਇਕੁਏਸ਼ਨ ਨੰਬਰ 1 ਤੋਂ ਇਹਦੇ ਚ ਪੁੱਟ ਕਰ ਦਿੰਦੇ ਹਾਂ। v become q/c multiply by dq। this is the small work done in storing a charge dq in a capacitor under the potential difference v। ਜਦੋਂ ਪੋਟੈਂਸ਼ੀਅਲ ਡਿਫਰੈਂਸ ਹੋਵੇ ਇੰਨਾ ਕੁ ਵੀ ਚਾਰਜ ਸਟੋਰ ਕਰਨਾ ਚਾਹੁੰਦੇ ਹੋ ਤੇ ਸਾਨੂੰ ਥੋੜਾ ਜਿਹਾ ਵਰਕ ਕਰਨਾ ਪਏਗਾ ਐਂਡ that work will get stored in the capacitor in the form of potential energy। now ਅਸੀਂ ਤੇ ਟੋਟਲ ਚਾਰਜ ਸਟੋਰ ਕਰਵਾਉਣਾ ਹੈ ਕੈਪੀਟਲ Q। ਇਹ ਆਲਰੇਡੀ ਮੈਂ ਦੱਸਿਆ, ਪੂਰਾ ਚਾਰਜ ਅਸੀਂ ਸਟੋਰ ਕਰਵਾਉਣਾ ਹੈ ਕੈਪੀਟਲ Q। then total work done is given by ਇਸ ਵਰਕ ਡਨ ਦੀ ਅਸੀਂ ਇੰਟੈਗ੍ਰੇਸ਼ਨ ਕਰ ਦਾਂਗੇ। ਨੀਚੇ ਆਏਗਾ ਸਾਡੇ ਕੋਲ 0, ਉੱਪਰ ਆਏਗਾ ਕੈਪੀਟਲ Q ਤੇ ਸਾਡੇ ਕੋਲ ਅੰਦਰ ਜਿਹੜੀ ਵੈਲਿਊ ਹੈ ਸਮਾਲ ਵਰਕ ਡਨ ਦੀ। ਸਮਾਲ ਵਰਕ ਡਨ ਦੀ ਟੋਟਲ ਇੰਟੈਗ੍ਰੇਸ਼ਨ ਕਰੋ 0 to Q। 0 ਕਿਉਂ, ਸਟਾਰਟਿੰਗ ਤੇ ਚਾਰਜ 0 ਸੀ, ਵਕਤ ਬਾਅਦ ਕਿੰਨਾ ਚਾਰਜ ਸਟੋਰ ਕਰਨਾ ਹੈ ਕੈਪੀਟਲ Q ਤੇ ਟੋਟਲ ਵਰਕ ਅਸੀਂ ਨਿਕਾਲਣ ਲੱਗੇ ਹਾਂ। ਨਾਓ ਸਾਡੇ ਕੋਲ ਜਿਹੜਾ ਹੈ ਵੈਲਿਊ ਅਸੀਂ ਜਿਹੜੀ ਹੈ dw ਦੀ ਵਿੱਚ ਵੈਲਿਊ ਅਸੀਂ ਪੁੱਟ ਕਰ ਦਾਂਗੇ ਤੇ ਸਾਡੇ ਕੋਲ ਕੀ ਆਏਗਾ, ਵਰਕ ਡਨ ਇਜ਼ ਇਕੁਅਲ ਟੂ 0 ਟੂ ਕੈਪੀਟਲ Q ਤੇ ਸਮਾਲ dw ਦੀ ਵੈਲਿਊ ਹੈ Q ਡਿਵਾਈਡਡ ਬਾਈ C ਮਲਟੀਪਲਾਈ ਬਾਈ dq। ਜਿਹੜੀ ਚੀਜ਼ ਕਾਂਸਟੈਂਟ ਹੈ ਉਹਨੂੰ ਵਿੱਚੋਂ ਬਾਹਰ ਕੱਢ ਦਿੰਦੇ ਹਾਂ, 1/c ਬਾਹਰ ਆ ਗਿਆ। ਕੀ ਹੈ Q ਨੂੰ ਵੀ ਬਾਹਰ ਕੱਢਾਂਗੇ, ਨਹੀਂ Q ਨੂੰ ਅਸੀਂ ਕਿਉਂ ਨਹੀਂ ਬਾਹਰ ਕੱਢਾਂਗੇ, ਕਿਉਂਕਿ ਕਪੈਸਿਟਰ ਦੀ ਜਿਉਂ-ਜਿਉਂ ਚਾਰਜਿੰਗ ਹੋ ਰਹੀ ਹੈ ਚਾਰਜ ਦੀ ਜਿਹੜੀ ਵੈਲਿਊ ਹੈ ਉਹ ਵੱਧਦੀ ਪਈ ਹੈ। ਇਥੋਂ ਦੇਖੀਦਾ dq ਮੈਨੇ ਸਮਾਲ ਚੇਂਜ ਇਨ ਚਾਰਜ, ਇਥੋਂ ਦੇਖ ਕੇ ਹੀ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ q ਇਜ਼ ਨਾਟ ਅ ਕਾਂਸਟੈਂਟ, ਇਟ ਇਜ਼ ਅ ਵੇਰੀਏਬਲ। ਨਾਓ ਅੰਦਰ ਜਿਹੜਾ ਇੰਟੈਗ੍ਰੇਸ਼ਨ ਦੇ ਸਾਡੇ ਕੋਲ ਰਹਿ ਜਾਏਗਾ q dq, ਪਾਵਰ ਕਿੰਨੀ ਹੈ 1 ਤੇ ਸਭ ਨੂੰ ਪਤਾ ਹੈ ਕਿ ਜਦੋਂ ਪਾਵਰ 1 ਹੋਵੇ ਪਾਵਰ ਵਿੱਚ ਇੱਕ ਪਲੱਸ ਕਰੋ, 1 + 1 2, ਜੋ ਆਏ ਉਹਨੂੰ ਥੱਲੇ ਡਿਵਾਈਡ ਕਰਕੇ ਮੋਡ ਲਗਾ ਕੇ ਤੇ ਲਿਮਿਟ ਅਸੀਂ ਜਿਹੜੀ ਲਗਾਉਂਦੇ ਹਾਂ ਉਹ ਕਿਹੜੇ ਪਾਸੇ ਪਾਈ ਦੀ ਹੈ, ਰਾਈਟ ਸਾਈਡ ਤੇ। ਇੱਥੇ 0 ਆ ਜਾਏਗਾ, ਇੱਥੇ ਸਾਡੇ ਕੋਲ ਆ ਗਿਆ ਕੈਪੀਟਲ Q ਐਂਡ ਵੀ ਗੈਟ 1/c ਤੇ ਅਸੀਂ ਕੀ ਕਰਦੇ ਹਾਂ, ਪਹਿਲਾਂ ਅਪਰ ਲਿਮਿਟ ਪੁੱਟ ਕਰਾਂਗੇ। ਨਾਓ ਅਪਰ ਲਿਮਿਟ Q ਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ ਕੈਪੀਟਲ Q² ਡਿਵਾਈਡਡ ਬਾਈ 2 ਮਾਈਨਸ Q ਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ 0 and we get the work done 1/2c into ਸਾਡੇ ਕੋਲ ਆ ਗਿਆ Q²। and this work done will get stored
in the capacitor in the form of potential energy. ਇਹੋ ਵਰਕ ਡਨ ਜਿਹੜਾ ਹੈ potential energy ਦੇ ਰੂਪ ਚ ਅੰਦਰ ਜਾ ਕੇ ਉਹ ਸਟੋਰ ਹੋ ਜਾਏਗਾ. You can note down on the copy also. Now ਜੇਕਰ ਅਸੀਂ ਵਰਕ ਡਨ ਨੂੰ यूपी लिख दिए तो शायद गलत नहीं होएगा, क्योंकि इहो वर्क है जिन्हें अपनी एनर्जी जिहड़ी है वो रूप जिहड़ा है इन्हें अपना चेंज कर लेना. नाउ यूपी इज इक्वल टू 1/2 क्यू स्क्वायर ओवर सी. एक ते फार्मूला तुहाडे कोल एनर्जी स्टोर दा हो गया. ते जेकर असी क्यू दी जगह ते असी वैल्यू पुट कर दिए, सानू पता है क्यू दी वैल्यू CV, ऊपर स्केयर है, दोनों का स्केयर आ गया, डिवाइडेड बाय सी, एक सी ना एक सी कैंसल, एंड वी गेट 1/2 CV स्केयर. दिस इज द सेकंड फार्मूला फॉर एनर्जी स्टोर्ड इन कैपेसिटर. जस्ट असी इहदे अंदर चेंज ही कीता है क्यू की जगह ते CV. ते जे असी इस फार्मूले दे विच C दी वैल्यू असी पुट कर देने हां, देन UP will become 1/2. C ਦੀ ਜਿਹੜੀ ਵੈਲਿਊ ਹੁੰਦੀ ਹੈ Q ਡਿਵਾਈਡਡ ਬਾਈ V ਮਲਟੀਪਲਾਈ ਬਾਈ ਸਾਡੇ ਕੋਲ ਆ ਗਿਆ V ਸਕੁਅਰ, V ਨਾਲ V ਕੈਂਸਲ, ਐਂਡ ਵੀ ਗੈਟ એનર્ਜੀ ਇਜ਼ ਇਕੁਅਲ ਟੂ 1/2 ਸਾਡੇ ਕੋਲ ਆ ਜਾਏਗਾ QV. ਦਿਸ ਇਜ਼ ਦਾ ਥਰਡ ਫਾਰਮੂਲਾ ਫॉर ਪੋਟੈਂਸ਼ੀਅਲ એનર્ਜੀ. ਬੇਟਾ ਤਿੰਨ ਫਾਰਮੂਲੇ ਨੇ, ਤਿੰਨੋਂ ਫਾਰਮੂਲੇ ਤੁਸੀਂ ਜਿਹੜਾ ਯਾਦ ਰੱਖਣੇ ਨੇ. डिपेंड करता है न्यूमेरिकल के उत्ते किस तरह की उन्हें कंडीशन दी है. पहला फार्मूला Q ते C च है, दूजा फार्मूला C ते V च है, ते थर्ड वन इज बिटवीन Q एंड V. तीनों फार्मूले ही इंपॉर्टेंट ने. ये तीनों फार्मूले जिहड़े असीं न्यूमेरिकल दे विच जिहड़ा इहनूं यूज करांगे. नाउ दिस एनर्जी गेट स्टोर्ड इन द फॉर्म ऑफ पोटेंशियल एनर्जी. जो कैपेसिटर चार्ज करी जाएगा ओदी जिहड़ी है अपनी जिहड़ी कैमिकल एनर्जी है घटती जाएगी, ओदी डिस्चार्जिंग होएगी बैटरी की. जो ओदी कैमिकल एनर्जी घट रही है, मतलब उधरों दी इलैक्ट्रिक एनर्जी वध रही है. एनर्जी कंजरवेशन चल रहा है, कभी भी एनर्जी जिहड़ी है डिस्ट्रॉय नहीं होती, ना क्रिएट होती है. ਇਹਦਾ मतलब जिहड़ी अंदर एनर्जी कैपेसिटर के अंदर स्टोर हो रही है, इट इज एट द कॉस्ट ऑफ कैमिकल एनर्जी ऑफ द बैटरी. आई थिंक कि तुहानू ये आर्टिकल जिहड़ा है वो सारा क्लीयर हो गया होगा. नाउ कम टू नेक्स्ट पॉइंट. एक फॉर्मूला जिहड़ा है असी +1 तो ही मैथमेटिक्स दे विच पढ़ते आ रहे हैं कि इक्वेशन ऑफ स्ट्रेट लाइन इज गिवन बाय y इक्वल टू mx. यह इक्वेशन होंदी है स्ट्रेट लाइन दी जिहड़ी ओरिजिन दे विचों पास होंदी है, y इक्वल टू mx. स्ट्रेट लाइन की पहचान दोनों वेरिएबल जिहड़े ने इन्हां दी पावर जिहड़ी है 1 होंदी है. लीनियर इक्वेशन भी इसनूं कहा जाता है. पर साडे कोल जिहड़ा कैपेसिटर विच एक बेसिक फार्मूला है Q इज इक्वल टू CV. इथे y वेरिएबल है, एक x वेरिएबल है, इथे Q ते V भी साडे वेरिएबल ने, पावर इन्हां दी भी 1 है. ਇਹਦਾ मतलब जे Q ਤੇ V ਦੇ ਵਿੱਚ ਅਸੀਂ ਗ੍ਰਾਫ ਪਲਾਟ ਕਰੀਏ ਤਾਂ ਸਾਡੇ ਕੋਲ ਜਿਹੜਾ ਉਹ ਵੀ ਇੱਕ ਸਟ੍ਰੇਟ ਲਾਈਨ ਹੀ ਆਏਗਾ. ਇਹ ਮੈਂ ਪਿਛਲੇ ਲੈਕਚਰ ਵਿੱਚ ਵੀ ਡਿਸਕਸ ਕੀਤਾ ਸੀ. ਨਾਓ M ਨੂੰ ਬੋਲਦੇ ਹਾਂ ਸਲੋਪ, ਤੇ ਇੱਥੇ M ਦੀ ਜਗ੍ਹਾ ਤੇ ਸਾਡੇ ਕੋਲ C ਹੈ. ਇਹਦਾ मतलब ਜਿਹੜਾ ਗ੍ਰਾਫ ਬਣੇਗਾ ਉਸ ਦਾ ਜਿਹੜਾ ਸਲੋਪ ਹੋਏਗਾ ਸਾਨੂੰ ਕਪੈਸਿਟੀ ਬਾਰੇ ਜਿਹੜਾ ਹੈ ਉਹ ਦੱਸੇਗਾ. Now if we plot the graph between Q and V, Q y वाले पासे, V जिहड़ा है साडे कोल x axis along, this is origin, then it will represent a straight line. ग्राफ साडा जिहड़ा हैगा straight line आएगा. इस ग्राफ ਦਾ ਜਿਹੜਾ ਸਲੋਪ ਹੋਏਗਾ, ਜਿਹੜਾ ਅਸੀਂ ਐਂਗਲ ਤੋਂ ਨਿਕਾਲਦੇ ਹਾਂ tan θ ਸਾਨੂੰ ਸਲੋਪ ਦੱਸਦਾ ਹੈ, ਤੇ ਉਹ ਸਲੋਪ ਦੀ ਵੈਲਿਊ ਜਿਹੜੀ ਆਏਗੀ ਉਹ C ਦੇ ਇਕੁਅਲ ਹੋਏਗੀ. ਹਾਂਜੀ ਕਲੀਅਰ. ਨਾਓ ਸੈਕੰਡ ਪੁਆਇੰਟ, ਜੇ ਇਸ ਗ੍ਰਾਫ ਦਾ ਏਰੀਆ ਨਿਕਾਲੀਏ ਜਿਹੜਾ ਇਸ ਗ੍ਰਾਫ ਨੇ ਆਪਣੇ ਅੰਡਰ ਕਵਰ ਕੀਤਾ, ਆ ਦੇਖੋ ਇੱਕ ਟ੍ਰਾਇੰਗਲ ਬਣੀ ਹੈ, ਜੇ ਇਸ ਗ੍ਰਾਫ ਦਾ
ਏਰੀਆ ਨਿਕਾਲਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਕੀ ਪਤਾ ਲੱਗਦਾ ਹੈ। ਆਓ ਪਹਿਲਾਂ ਅਸੀਂ ਏਰੀਆ ਨਿਕਾਲਦੇ ਹਾਂ। ਨਾਓ ਏਰੀਆ of triangle is given by 1/2 into base into altitude ਨਾਲ ਅਸੀਂ ਮਲਟੀਪਲਾਈ ਕਰਦੇ ਹਾਂ is equal to 1/2 multiply by base। ਆ ਸਾਡੇ ਕੋਲ ਬੇਸ ਹੈ, ਬੇਸ ਦੇ ਅਲੋਂਗ ਸਾਡੇ ਕੋਲ ਪੋਟੈਂਸ਼ੀਅਲ ਹੈ, ਇਹਦਾ ਮਤਲਬ ਇੱਧਰ v ਆ ਗਿਆ, ਮਲਟੀਪਲਾਈ ਬਾਈ ਆਲਟੀਟਿਊਡ, ਤੇ ਆਲਟੀਟਿਊਡ ਆ ਹੁੰਦਾ ਹੈ ਤੇ ਇਹ ਹੈਗਾ ਬਿਲਕੁਲ ਪੈਰਲਲ ਚਾਰਜ ਦੇ, ਇਹਦਾ ਮਤਲਬ ਇਸ ਪਾਸੇ q ਆ ਗਿਆ। ਸਾਡੇ ਕੋਲ ਫਾਰਮੂਲਾ ਬਣਿਆ 1/2 qv। ਇਹ ਸਾਡੇ ਕੋਲ ਜਿਹੜਾ ਆਇਆ ਹੈ ਏਰੀਆ, ਟ੍ਰਾਇੰਗਲ ਦਾ ਜਿਹੜਾ ਆਪਣਾ ਏਰੀਆ ਆਇਆ 1/2 qv। ਪਰ ਅਸੀਂ ਪਿੱਛੇ ਪੜਿਆ, ਹੁਣੇ ਅਸੀਂ ਪ੍ਰੂਵ ਕੀਤਾ 1/2 qv it is just the energy stored in a capacitor। therefore ਸਾਡੇ ਕੋਲ ਅੱਜ ਇੱਕ ਇੰਪੋਰਟੈਂਟ ਰਿਜ਼ਲਟ ਆਇਆ ਕਿ ਜੇਕਰ Q ਤੇ V ਦੇ ਵਿੱਚ ਅਸੀਂ ਗ੍ਰਾਫ ਪਲਾਟ ਕਰਦੇ ਹਾਂ ਤੇ ਉਹਦਾ ਜੇ ਅਸੀਂ ਏਰੀਆ ਫਾਈਂਡ ਕਰੀਏ ਤਾਂ ਸਾਨੂੰ ਜਿਹੜਾ ਹੈ એનર્ਜੀ ਬਾਰੇ ਜਿਹੜਾ ਹੈ ਉਹ ਪਤਾ ਲੱਗ ਸਕਦਾ ਹੈ। ਦਿਸ ਇਜ਼ ਦਾ ਇੰਪੋਰਟੈਂਸ ਆਫ Q ਤੇ V ਗ੍ਰਾਫ। ਦੋ ਇੰਪੋਰਟੈਂਸ ਨੇ। ਨੰਬਰ 1, ਜੇ ਸਲੋਪ ਨਿਕਾਲੋਗੇ ਤੇ ਕੈਪੈਸਿਟੀ ਬਾਰੇ ਪਤਾ ਲੱਗੇਗਾ, ਤੇ ਜੇ ਅਸੀਂ ਉਸ ਦਾ ਜਿਹੜਾ ਏਰੀਆ ਨਿਕਾਲਾਂਗੇ ਤਾਂ ਸਾਨੂੰ ਜਿਹੜੀ ਹੈ એનર્ਜੀ ਸਟੋਰ ਇਨ ਏ ਕੈਪੈਸਿਟਰ ਪਤਾ ਲੱਗੇਗਾ। ਹੁਣ ਕੈਪੈਸਿਟੀ ਡਾਇਰੈਕਟਲੀ ਆਏਗੀ ਕਿ ਇਨਡਾਇਰੈਕਟਲੀ ਆਏਗੀ, ਉਹ ਤੁਹਾਨੂੰ ਇੱਥੋਂ ਦੇਖਣਾ ਪਏਗਾ। ਜੇ ਤੇ Q ਜਿਹੜਾ ਹੈ y ਦੇ ਲੌਂਗ ਹੈ ਤੇ ਪੋਟੈਂਸ਼ੀਅਲ x ਦੇ ਲੌਂਗ ਹੈ, ਤੇ ਜਿਹੜਾ ਸਾਡਾ ਸਲੋਪ ਆਏਗਾ ਇਟ ਵਿਲ ਬੀ ਇਕੁਅਲ ਟੂ ਬਿਲਕੁਲ c ਦੇ ਇਕੁਅਲ ਆਏਗਾ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ Q divided by V। it is capacity ਬਿਲਕੁਲ ਡਾਇਰੈਕਟਲੀ ਆਏਗਾ। ਤੇ ਜੇ ਅਸੀਂ ਇਧਰਲੇ ਪਾਸੇ V ਪਲਾਟ ਕਰ ਦਈਏ, ਇਧਰ Q ਕਰ ਦਾਂਗੇ, ਉਲਟ ਕਰ ਦਾਂਗੇ, ਫਿਰ ਜਿਹੜਾ ਸਾਡਾ ਸਲੋਪ ਹੋਏਗਾ it is inversely proportional to C। ਫਿਰ ਉਹ ਕੈਪੈਸਿਟੀ ਦੇ ਇਨਵਰਸਲੀ ਹੋਏਗਾ। ਹਾਂਜੀ, ਕਲੀਅਰ। ਨਾਓ ਦਿਸ ਇਜ਼ all about the energy stored in a capacitor। ਤੇ ਸੈਕੰਡ ਮੈਥਡ ਜਿਹੜਾ ਹੈ ਮੈਂ ਨੈਕਸਟ ਲੈਕਚਰ ਵਿੱਚ ਆਪਾਂ ਡਿਸਕਸ ਕਰਾਂਗੇ। ਤੁਹਾਡੀ ਮਰਜ਼ੀ ਹੋਏਗੀ ਕਿ ਜਿਹੜਾ ਮੈਥਡ ਤੁਹਾਨੂੰ ਸੌਖਾ ਲੱਗੇ ਉਹਦੇ ਨਾਲ ਤੁਸੀਂ ਫਾਈਨਲ ਐਗਜ਼ਾਮ ਦੇ ਵਿੱਚ ਇਸ ਆਰਟੀਕਲ ਨੂੰ ਅਟੈਂਪਟ ਕਰ ਸਕਦੇ ਹੋ। ਥੈਂਕ ਯੂ।